ਪੰਜਾਬੀ ਵਿਆਕਰਨ ਨਾਲ ਸੰਬੰਧਿਤ ਸਾਡੇ ਇਸ ਵੀਡੀਓ ਦਾ ਸਿਰਲੇਖ ਹੈ ਬਹੁ-ਅਰਥਕ ਸ਼ਬਦ। ਆਓ ਪਹਿਲਾਂ ਇਸ ਦੀ ਪਰਿਭਾਸ਼ਾ ਨੂੰ ਸਮਝਦੇ ਹਾਂ। ਕਿ ਬਹੁ-ਅਰਥਕ ਸ਼ਬਦ ਕਿਸ ਨੂੰ ਆਖਦੇ ਹਨ। ਬਹੁ-ਅਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਦੇ ਅਰਥ ਇੱਕ ਤੋਂ ਵਧੇਕ ਹੋਣ ਉਹਨਾਂ ਨੂੰ ਬਹੁ-ਅਰਥਕ ਸ਼ਬਦ ਕਿਹਾ ਜਾਂਦਾ ਹੈ। ਸ਼ਬਦ ਤਾਂ ਇੱਕ ਹੀ ਹੈ ਪਰ ਉਸ ਦੇ ਅਰਥ ਇੱਕ ਤੋਂ ਜ਼ਿਆਦਾ ਨਿਕਲ ਰਹੇ ਹਨ। ਅਕਸਰ ਜਿੱਥੇ ਥੋੜ੍ਹਾ ਜਿਹਾ ਉਲਝਾਅ ਪੈਦਾ ਹੁੰਦਾ ਹੈ ਉਹ ਹੁੰਦਾ ਹੈ ਬਹੁ-ਅਰਥਕ ਸ਼ਬਦ ਅਤੇ ਸਮਾਨਾਰਥਕ ਸ਼ਬਦਾਂ ਦੇ ਵਿੱਚ, ਜਿੱਥੇ ਅਕਸਰ ਗਲਤੀ ਹੋ ਜਾਂਦੀ ਹੈ। ਅਸਲ 'ਚ ਇਹਨਾਂ ਦੋਨਾਂ ਦੇ ਵਿੱਚ ਮੁੱਖ ਅੰਤਰ ਇਹ ਹੈ ਕਿ ਬਹੁ-ਅਰਥਕ ਸ਼ਬਦਾਂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਸ਼ਬਦ ਇੱਕ ਹੈ ਪਰ ਉਸ ਦੇ ਅਰਥ ਇੱਕ ਤੋਂ ਜ਼ਿਆਦਾ ਨਿਕਲ ਰਹੇ ਹਨ, ਅਤੇ ਸਮਾਨਾਰਥਕ ਸ਼ਬਦਾਂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਸ਼ਬਦ ਇੱਕ ਤੋਂ ਜ਼ਿਆਦਾ ਹਨ ਪਰ ਉਹਨਾਂ ਦੇ ਅਰਥ ਇੱਕ ਹੀ ਹਨ। ਸੋ ਦੋਨਾਂ ਦੇ ਵਿੱਚ ਮੁੱਖ ਅੰਤਰ ਇਹੀ ਹੈ ਕਿ ਬਹੁ-ਅਰਥਕ ਸ਼ਬਦ ਜਦੋਂ ਅਸੀਂ ਕਹਿ ਰਹੇ ਹਾਂ ਤਾਂ ਸ਼ਬਦ ਇੱਕ ਹੈ, ਅਰਥ ਇੱਕ ਤੋਂ ਜ਼ਿਆਦਾ ਹਨ, ਅਤੇ ਜਦੋਂ ਅਸੀਂ ਕਹਿ ਰਹੇ ਹਾਂ ਸਮਾਨਾਰਥਕ ਸ਼ਬਦ ਤਾਂ ਸ਼ਬਦ ਇੱਕ ਤੋਂ ਜ਼ਿਆਦਾ ਹਨ ਅਤੇ ਅਰਥ ਇੱਕ ਹੀ ਹੈ। ਅਜਿਹੇ ਸ਼ਬਦਾਂ ਬਾਰੇ ਧਿਆਨ ਦੇਣ ਯੋਗ ਦੋ ਗੱਲਾਂ ਹਨ। ਪਹਿਲੀ ਇਹ ਹੈ ਕਿ ਇਹਨਾਂ ਸ਼ਬਦਾਂ ਦਾ ਸਰੂਪ ਉਹੀ ਰਹਿੰਦਾ ਹੈ। ਸ਼ਬਦ ਦੇ ਸਰੂਪ ਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ, ਸਰੂਪ ਉਹੀ ਰਹਿੰਦਾ ਹੈ। ਦੂਜੀ ਇਹ ਹੈ ਕਿ ਇਹਨਾਂ ਸ਼ਬਦਾਂ ਦੇ ਵੱਖਰੇ ਵੱਖਰੇ ਅਰਥਾਂ ਦੀ ਜਾਣਕਾਰੀ ਪ੍ਰਸੰਗ ਵਿੱਚੋਂ ਜਾਂ ਇਹਨਾਂ ਨੂੰ ਵਾਕਾਂ ਵਿੱਚ ਵਰਤਣ 'ਤੇ ਹੀ ਹੁੰਦੀ ਹੈ। ਸੋ ਸ਼ਬਦ ਦਾ ਸਰੂਪ ਉਹੀ ਰਹਿ ਰਿਹਾ ਹੈ, ਪਰ ਜਦੋਂ ਅਸੀਂ ਉਸ ਸ਼ਬਦ ਨੂੰ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਵਰਤ ਰਹੇ ਹਾਂ ਜਾਂ ਵਾਕਾਂ ਵਿੱਚ ਵਰਤ ਰਹੇ ਹਾਂ ਤਾਂ ਉਸ ਦੇ ਜੋ ਅਰਥ ਹਨ ਉਹ ਵੱਖ-ਵੱਖ ਆ ਰਹੇ ਹਨ। ਆਓ ਉਸ ਨੂੰ ਇੱਕ ਉਦਾਹਰਨ ਨਾਲ ਸਮਝਦੇ ਹਾਂ। ਜਿਵੇਂ ਸਾਡੇ ਕੋਲ ਸ਼ਬਦ ਹੈ ਵਾਰ, ਔਰ ਪਹਿਲਾਂ ਜਦੋਂ ਵਾਕ ਵਿੱਚ ਅਸੀਂ ਵਰਤਿਆ ਤਾਂ ਉਹ ਦਿਨ ਦੇ ਰੂਪ ਵਿੱਚ ਵਰਤਿਆ, ਅੱਜ ਐਤਵਾਰ ਹੈ। ਦੂਜਾ ਸਾਡੇ ਕੋਲੇ ਵਾਕ ਹੈ ਮੈਂ ਸੋਨੂੰ ਨੂੰ ਪਹਿਲੀ ਵਾਰ ਚੰਡੀਗੜ੍ਹ ਮਿਲਿਆ ਸੀ, ਤਾਂ ਇੱਥੇ ਵਾਰੀ ਦੀ ਗੱਲ ਹੋ ਰਹੀ ਹੈ, ਟਰਨ ਦੀ ਗੱਲ ਹੋ ਰਹੀ ਹੈ, ਵਾਰੀ ਟਰਨ। ਦੂਜਾ ਭਾਰਤੀ ਫੌਜ ਦੁਸ਼ਮਣ 'ਤੇ ਪਹਿਲਾਂ ਕਦੇ ਵਾਰ ਨਹੀਂ ਕਰਦੀ, ਇੱਥੇ ਹਮਲਾ, ਹਮਲੇ ਦੀ ਗੱਲ ਹੋ ਰਹੀ ਹੈ। ਚੌਥਾ ਵਾਕ ਹੈ ਸਾਡੇ ਸਕੂਲ ਦੀ ਟੀਮ ਨੇ ਵਾਰ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਇੱਥੇ ਕਾਵਿ ਰੂਪ ਦੀ ਗੱਲ ਹੋ ਰਹੀ ਹੈ। ਸੋ ਅੱਗੇ ਅਸੀਂ ਆਪਣੇ ਅਭਿਆਸ ਲਈ ਕੁਝ ਹੋਰ ਸ਼ਬਦਾਂ ਨੂੰ ਲੈਂਦੇ ਹਾਂ ਅਤੇ ਅਭਿਆਸ ਕਰਦੇ ਹਾਂ। ਪਹਿਲਾ ਹੈ ਉਤਾਰ। ਵਿਦਿਆਰਥੀਆਂ ਨੇ ਬੋਰਡ ਤੋਂ ਸਾਰੇ ਉੱਤਰ ਉਤਾਰ ਲਏ ਹਨ। ਉਹ ਹੁੰਦਾ ਹੈ ਕਿ ਵੇਖ ਕੇ ਹੂ-ਬ-ਹੂ ਲਿਖਣਾ, ਨਕਲ ਕਰਕੇ ਲਿਖਣਾ ਕਿ ਜੋ ਬੋਰਡ 'ਤੇ ਉੱਤਰ ਲਿਖੇ ਹੋਏ ਸੀ ਉਹ ਵਿਦਿਆਰਥੀਆਂ ਨੇ ਉਤਾਰ ਲਏ ਹਨ। ਅੱਗੇ ਅੱਜ ਕੱਲ੍ਹ ਨੌਕਰ ਵੀ ਮਾਲਿਕ ਦਾ ਉਤਾਰ ਪਾਉਣਾ ਪਸੰਦ ਨਹੀਂ ਕਰਦੇ, ਭਾਵ ਜੋ ਕੱਪੜੇ ਮਾਲਕ ਨੇ ਇੱਕ ਵਾਰ ਉਤਾਰ ਕੇ ਰੱਖ ਦਿੱਤੇ ਹਨ, ਪੁਰਾਣੇ ਕੱਪੜੇ, ਉਹ ਉਤਾਰ ਹੋ ਗਿਆ। ਕੋਠੇ ਤੋਂ ਮੰਜੇ ਉਤਾਰ ਲਓ, ਉਤਾਰਨਾ ਕਿ ਉੱਪਰੋਂ ਕਿਸੇ ਚੀਜ਼ ਨੂੰ ਥੱਲੇ ਉਤਾਰ ਲੈਣਾ। ਅੱਗੇ ਹੈ ਆਕੜ। ਸੋ ਪਹਿਲਾਂ ਤੁਸੀਂ ਇੱਥੇ ਵੀਡੀਓ ਨੂੰ ਰੋਕ ਕੇ ਜਿੰਨੇ ਵੀ ਅਸੀਂ ਸ਼ਬਦਾਂ ਦੀ ਗੱਲ ਕਰਾਂਗੇ, ਜਦੋਂ ਉੱਪਰ ਸ਼ਬਦ ਆ ਰਿਹਾ ਹੈ ਤੁਸੀਂ ਆਪਣਾ ਵੀਡੀਓ ਰੋਕ ਕੇ ਪਹਿਲਾਂ ਉਸ ਬਾਰੇ ਸੋਚ ਕੇ ਉਸ ਦੇ ਵਾਕ ਬਣਾਉਣੇ ਹਨ, ਅਰਥ ਸਮਝਣੇ ਹਨ, ਫਿਰ ਆਪਣੇ ਉੱਤਰ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ।
ਇੱਕ ਹੋਰ ਬਹੁਤ ਜ਼ਰੂਰੀ ਗੱਲ ਕਿ ਜਿੰਨੇ ਤੁਹਾਡੀ ਸਕਰੀਨ 'ਤੇ ਵਾਕ ਆਉਣਗੇ ਜਾਂ ਵੱਖ-ਵੱਖ ਅਰਥ ਹੋਣਗੇ ਉਹ 3 ਜਾਂ 4 ਹੋਣਗੇ। ਇਹਨਾਂ ਤੋਂ ਇਲਾਵਾ ਉਸ ਸ਼ਬਦ ਦੇ ਹੋਰ ਵੀ ਅਰਥ ਹੋ ਸਕਦੇ ਹਨ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਹਨਾਂ ਤੋਂ ਇਲਾਵਾ ਹੋਰ ਵੀ ਅਰਥ ਹੋ ਸਕਦੇ ਹਨ। ਆਕੜ, ਉਹ ਤਾਂ ਹਰ ਸਮੇਂ ਆਕੜ ਵਿੱਚ ਰਹਿੰਦਾ ਹੈ, ਭਾਵ ਹੰਕਾਰ ਵਿੱਚ ਰਹਿੰਦਾ ਹੈ। ਸਰਦੀ ਕਾਰਨ ਮੇਰੇ ਹੱਥ ਪੈਰ ਆਕੜ ਗਏ ਹਨ, ਭਾਵ ਸਖਤ ਹੋ ਗਏ ਹਨ। ਦੀਪਕ ਬਿਨਾਂ ਗੱਲੋਂ ਆਕੜ ਪੈਂਦਾ ਹੈ, ਭਾਵ ਲੜਨ ਲਈ ਤਿਆਰ ਹੋ ਜਾਂਦਾ ਹੈ, ਗੁੱਸੇ ਵਿੱਚ ਆ ਜਾਂਦਾ ਹੈ। ਅੱਗੇ ਸੱਤ, ਕਾਲੇ ਦੀਆਂ ਹਰਕਤਾਂ ਤੋਂ ਮੈਂ ਸੱਤ ਗਿਆ ਹਾਂ, ਭਾਵ ਤੰਗ ਆ ਗਿਆ ਹਾਂ। ਬੁਢਾਪੇ ਵਿੱਚ ਬੰਦਿਆਂ ਵਿੱਚ ਸਾਹ ਸੱਤ ਨਹੀਂ ਰਹਿੰਦਾ, ਭਾਵ ਤਾਕਤ ਨਹੀਂ ਰਹਿੰਦੀ। ਇੱਥੇ ਤਾਕਤ ਦੀ ਗੱਲ ਹੋ ਰਹੀ ਹੈ। ਮਹਾਂਪੁਰਖਾਂ ਦਾ ਕਿਹਾ ਸਭ ਕੁਝ ਸਤ ਬਚਨ ਹੈ, ਭਾਵ ਠੀਕ ਹੈ, ਸੱਚੀ ਗੱਲ ਉਹ ਕਰ ਰਹੇ ਹਨ। ਫਿਰ ਅੱਗੇ ਨਿੰਬੂ ਦਾ ਸੱਤ ਬਹੁਤ ਖੱਟਾ ਹੈ, ਭਾਵ ਜੋ ਨਿਚੋੜ ਕੇ ਅਸੀਂ ਉਹਦਾ ਰਸ ਕੱਢ ਰਹੇ ਹਾਂ, ਨਿਚੋੜ ਜੋ ਉਸਦਾ ਹੈ ਨਿੰਬੂ ਦਾ, ਉਹ ਵੀ ਸੱਤ ਹੈ। ਅੱਗੇ ਹਾਲ, ਹਾਲਾਤ ਮਿਲਣ ਸਮੇਂ ਅਸੀਂ ਆਪਣੇ ਸਾਕ ਸੰਬੰਧੀਆਂ ਦਾ ਹਾਲ ਪੁੱਛਦੇ ਹਾਂ, ਭਾਵ ਉਹਨਾਂ ਦੀ ਕੀ ਹਾਲਤ ਹੈ ਉਹ ਪੁੱਛਦੇ ਹਾਂ। ਸਾਨੂੰ ਹਾਲ ਦੀ ਘੜੀ ਘਰ ਰਹਿ ਕੇ ਹੀ ਕਰੋਨਾ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ। ਹਾਲ ਦੀ ਘੜੀ ਭਾਵ ਹਾਲ ਇੱਥੇ ਇਸ ਸਮੇਂ ਦੀ ਗੱਲ ਹੋ ਰਹੀ ਹੈ। ਸਾਡੀ ਪੰਜਾਬੀ ਦੀ ਕਲਾਸ ਸਕੂਲ ਦੇ ਹਾਲ ਵਿੱਚ ਲੱਗਦੀ ਹੈ, ਭਾਵ ਬਹੁਤ ਵੱਡਾ ਕਮਰਾ ਹੈ, ਉਸ ਦੇ ਵਿੱਚ ਕਲਾਸ ਲੱਗਦੀ ਹੈ, ਉਸ ਨੂੰ ਵੀ ਹਾਲ ਅਸੀਂ ਆਖਦੇ ਹਾਂ। ਫਿਰ ਹੈ ਕੰਡਾ, ਤਾਂ ਮੱਛੀ ਦੀ ਹੱਡੀ ਹੁੰਦੀ ਹੈ ਕਿ ਕੱਲ੍ਹ ਮੱਛੀ ਖਾਂਦੇ ਸਮੇਂ ਉਸ ਦੇ ਗਲੇ ਵਿੱਚ ਮੱਛੀ ਦਾ ਕੰਡਾ ਫਸ ਗਿਆ। ਫਿਰ ਅੱਗੇ ਖੇਤ ਜਾਂਦੇ ਸਮੇਂ ਕੱਲ੍ਹ ਮੇਰੇ ਪੈਰ ਵਿੱਚ ਕੰਡਾ ਚੁੱਭ ਗਿਆ, ਭਾਵ ਸੂਲ। ਇਸ ਦੁਕਾਨ ਵਾਲੇ ਦਾ ਕੰਡਾ ਠੀਕ ਨਹੀਂ ਤੋਲਦਾ, ਤੱਕੜ ਭਾਵ ਉਸਨੇ ਸਮਾਨ ਤੋਲਣ ਲਈ ਜੋ ਯੰਤਰ ਰੱਖਿਆ ਹੋਇਆ ਹੈ। ਦੁਸ਼ਮਣੀਆਂ ਪਾਲਣ ਵਾਲੇ ਲੋਕ ਹਰ ਸਮੇਂ ਆਪਣੇ ਦੁਸ਼ਮਣਾਂ ਦਾ ਕੰਡਾ ਕੱਢਣ ਬਾਰੇ ਹੀ ਸੋਚਦੇ ਰਹਿੰਦੇ ਹਨ, ਭਾਵ ਜਿਹੜਾ ਉਹਨਾਂ ਦਾ ਦੁਸ਼ਮਣ ਹੈ ਉਹਨਾਂ ਨੂੰ ਬਹੁਤ ਦੁਖਦਾਇਕ ਬੰਦਾ ਲੱਗਦਾ ਹੈ ਅਤੇ ਉਸ ਨੂੰ ਆਪਣੇ ਰਸਤੇ ਵਿੱਚੋਂ ਹਟਾ ਦੇਣਾ ਜਾਂ ਮਾਰ ਦੇਣਾ ਵੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੰਡਾ ਕੱਢਣ ਵਾਂਗ ਹੈ। ਉੱਥੇ ਵੀ ਕੰਡਾ ਸ਼ਬਦ ਵਰਤਿਆ ਜਾਂਦਾ ਹੈ। ਅੱਗੇ ਹੈ ਖੱਟੀ, ਉਸਨੇ ਲਾਲ ਸੂਟ ਨਾਲ ਖੱਟੀ ਚੁੰਨੀ ਲਈ ਹੋਈ ਹੈ, ਭਾਵ ਪੀਲੇ ਰੰਗ ਦੀ। ਅੱਗੇ ਖਟਾਸ ਵਾਲੇ ਸਵਾਦ ਦੀ ਗੱਲ ਹੋ ਰਹੀ ਹੈ। ਮੈਨੂੰ ਖੱਟੀ ਲੱਸੀ ਪੀਣ ਦਾ ਅਸਲ ਸਵਾਦ ਤਾਂ ਪਿੰਡ ਹੀ ਆਉਂਦਾ ਹੈ। ਅੱਜ ਕੱਲ੍ਹ ਡਾਕਟਰੀ ਪੇਸ਼ੇ ਵਿੱਚ ਵੀ ਖੂਬ ਖੱਟੀ ਹੈ, ਭਾਵ ਖੂਬ ਕਮਾਈ ਹੈ। ਅੱਗੇ ਹੈ ਘੜੀ, ਮੇਰੇ ਕੋਲ ਲਾਲ ਰੰਗ ਦੀ ਘੜੀ ਹੈ, ਭਾਵ ਅਜਿਹਾ ਯੰਤਰ ਜਿਸ ਤੋਂ ਅਸੀਂ ਸਮੇਂ ਨੂੰ ਵੇਖਦੇ ਹਾਂ, ਸਮੇਂ ਦਾ ਪਤਾ ਕਰਦੇ ਹਾਂ। ਇਹ ਗੁੱਲੀ ਤਰਖਾਨ ਨੇ ਘੜੀ ਹੈ, ਭਾਵ ਤਿਆਰ ਕੀਤੀ ਹੈ, ਉਸਨੂੰ ਘੜ ਕੇ ਲੱਕੜ ਤੋਂ ਉਸਨੇ ਘੜ ਕੇ ਗੁੱਲੀ ਜਿਹੜੀ ਤਿਆਰ ਕੀਤੀ ਹੈ ਉਹਨੂੰ ਕਹਿੰਦੇ ਹਨ ਘੜਨਾ। ਇੰਨੀ ਗਰਮੀ ਵਿੱਚ ਵੀ ਇਸ ਘੜੀ ਦਾ ਪਾਣੀ ਬਹੁਤ ਠੰਡਾ ਹੈ। ਘੜੇ ਦਾ ਛੋਟਾ ਰੂਪ ਜੋ ਹੈ ਉਸ ਨੂੰ ਵੀ ਅਸੀਂ ਘੜੀ ਕਹਿ ਦਿੰਦੇ ਹਾਂ। ਮੈਂ ਉਸ ਘੜੀ ਨੂੰ ਉਡੀਕ ਰਿਹਾ ਹਾਂ ਜਦੋਂ ਮੇਰਾ ਨਤੀਜਾ ਆਵੇਗਾ। ਸਮੇਂ ਦਾ ਅੰਸ਼, ਉਹ ਪਲ, ਉਸ ਨੂੰ ਵੀ ਅਸੀਂ ਘੜੀ ਆਖ ਦਿੰਦੇ ਹਾਂ। ਫਿਰ ਅੱਗੇ ਹੈ ਚੌਕੀ, ਉਹ ਚੌਕੀ ਉੱਪਰ ਬੈਠ ਕੇ ਖਾਣਾ ਖਾ ਰਿਹਾ ਹੈ, ਭਾਵ ਨਿੱਕਾ ਤਖਤਪੋਸ਼ ਹੈ, ਛੋਟਾ ਜਿਹਾ ਸਥਾਨ ਹੈ ਜਿਸ ਦੇ ਉੱਪਰ ਉਹ ਬੈਠਿਆ ਹੈ।
ਤਾਸ਼ ਦੀ ਇਸ ਬਾਜੀ ਵਿੱਚ ਚੌਕੀ ਨੇ ਮੈਨੂੰ ਜਿਤਾ ਦਿੱਤਾ। ਤਾਸ਼ ਦਾ ਇੱਕ ਪੱਤਾ ਹੁੰਦਾ ਹੈ, ਜਿਵੇਂ ਏਕਾ ਹੈ, ਫਿਰ ਦੋ ਹੈ, ਬਾਦਸ਼ਾਹ ਹੈ, ਬੇਗਮ ਹੈ, ਇਸੇ ਤਰ੍ਹਾਂ ਚੌਕੀ ਤਾਸ਼ ਦਾ ਇੱਕ ਪੱਤਾ ਹੈ। ਰਾਜੂ ਅੱਜ ਕੱਲ੍ਹ ਸੈਕਟਰ 45 ਦੀ ਪੁਲਿਸ ਚੌਕੀ ਦਾ ਇੰਚਾਰਜ ਹੈ, ਭਾਵ ਛੋਟਾ ਥਾਣਾ, ਜਿੱਥੇ ਇੱਕ ਥੋੜ੍ਹੇ ਬੰਦਿਆਂ ਦੀ ਡਿਊਟੀ ਹੁੰਦੀ ਹੈ। ਛੋਟਾ ਥਾਣਾ ਜੋ ਹੁੰਦਾ ਉਸ ਨੂੰ ਵੀ ਚੌਕੀ ਆਖ ਦਿੰਦੇ ਹਨ। ਅੱਗੇ ਫਿਰ ਹੈ, ਕਈ ਅੰਧ ਵਿਸ਼ਵਾਸੀ ਲੋਕ ਬਾਬਿਆਂ ਦੀ ਚੌਕੀ ਭਰਨ ਜਾਂਦੇ ਹਨ, ਭਾਵ ਉੱਥੇ ਹਾਜ਼ਰੀ ਭਰਨ ਜਾਂਦੇ ਹਨ ਅਤੇ ਸੋਚਦੇ ਹਨ ਕਿ ਸ਼ਾਇਦ ਉੱਥੋਂ ਉਹਨਾਂ ਨੂੰ ਕੁਝ ਪ੍ਰਾਪਤ ਹੋ ਜਾਵੇਗਾ। ਹੁਣ ਅਸੀਂ ਅਗਲੀ ਸਲਾਈਡ ਵੱਲ ਚੱਲਦੇ ਹਾਂ। ਅਗਲੇ ਸ਼ਬਦ ਨੂੰ ਸਮਝਦੇ ਹਾਂ। ਫਿਰ ਇੱਥੇ ਇਸ ਗੱਲ ਨੂੰ ਮੈਂ ਯਾਦ ਦਿਵਾ ਰਿਹਾ ਕਿ ਜਿਸ ਸ਼ਬਦ ਦੇ ਵੱਖ-ਵੱਖ ਅਰਥ ਅਸੀਂ ਸਮਝ ਰਹੇ ਹਾਂ, ਉਹ ਵਾਕ ਜਾਂ ਕਿਸੇ ਪ੍ਰਸੰਗ ਵਿੱਚ ਵਰਤਣ 'ਤੇ ਹੀ ਸਮਝ ਆਉਣਗੇ। ਦੇਖਣ ਨੂੰ ਉਹ ਸ਼ਬਦ ਜੋ ਹੈ ਉਸੇ ਤਰ੍ਹਾਂ ਰਹਿ ਰਿਹਾ, ਉਸ ਦਾ ਸਰੂਪ ਉਸੇ ਤਰ੍ਹਾਂ ਹੀ ਹੈ। ਜਿਵੇਂ ਅਗਲਾ ਸ਼ਬਦ ਹੈ ਡੰਡੀ। ਇਹ ਡੰਡੀ ਮੇਰੇ ਪਿੰਡ ਸਿੱਧੀ ਜਾਂਦੀ ਹੈ। ਛੋਟਾ ਰਸਤਾ ਹੈ, ਛੋਟੇ ਰਸਤੇ ਦੀ ਗੱਲ ਹੋ ਰਹੀ ਹੈ ਇੱਥੇ। ਜਾਮਣ ਦੇ ਦਰਖਤ ਦੀ ਡੰਡੀ ਜਲਦੀ ਟੁੱਟ ਜਾਂਦੀ ਹੈ। ਟਾਹਣੀ ਦੀ ਇੱਥੇ ਗੱਲ ਹੋ ਰਹੀ ਹੈ। ਫਿਰ ਅੱਗੇ ਇੱਕ ਗਹਿਣਾ ਵੀ ਹੁੰਦਾ ਹੈ ਡੰਡੀ। ਇਸ ਔਰਤ ਨੇ ਸੋਨੇ ਦੀ ਡੰਡੀ ਪਾਈ ਹੋਈ ਹੈ। ਫਿਰ ਪੰਜਾਬੀ ਵਿੱਚ ਡੰਡੀ ਇੱਕ ਵਿਸਰਾਮ ਚਿੰਨ੍ਹ ਵੀ ਹੈ। ਇੱਕ ਚਿੰਨ੍ਹ ਦੀ ਗੱਲ ਹੈ ਜੋ ਇਹ ਇੱਥੇ ਸਾਨੂੰ ਇਹ ਨਜ਼ਰ ਆ ਰਿਹਾ। ਇਹ ਜੋ ਚਿੰਨ੍ਹ ਹੈ ਇਸ ਨੂੰ ਵੀ ਅਸੀਂ ਡੰਡੀ ਆਖਦੇ ਹਾਂ। ਅੱਗੇ ਹੈ ਪੱਕਾ। ਇੱਟਾਂ ਅਤੇ ਸੀਮਿੰਟ ਤੋਂ ਬਣਿਆ ਮਕਾਨ ਪੱਕਾ ਹੁੰਦਾ ਹੈ, ਭਾਵ ਮਜ਼ਬੂਤ ਹੁੰਦਾ ਹੈ। ਇਸ ਕੱਪੜੇ ਦਾ ਰੰਗ ਬਹੁਤ ਪੱਕਾ ਹੈ, ਭਾਵ ਜੋ ਨਹੀਂ ਉਤਰਦਾ, ਉਸੇ ਤਰ੍ਹਾਂ ਹੀ ਕਾਇਮ ਰਹਿੰਦਾ ਹੈ। ਹਰਪ੍ਰੀਤ ਮੇਰਾ ਪੱਕਾ ਮਿੱਤਰ ਹੈ, ਭਾਵ ਦੁੱਖ ਸੁੱਖ ਦਾ ਸਹਾਇਕ ਹੈ, ਜਿਹੜਾ ਹਮੇਸ਼ਾ ਦੋਸਤੀ ਬਣਾ ਕੇ ਰੱਖਦਾ ਹੈ। ਸਰਦਾਰ ਭਗਤ ਸਿੰਘ ਇਰਾਦੇ ਦਾ ਬੜਾ ਪੱਕਾ ਸੀ, ਭਾਵ ਅਟੱਲ ਸੀ। ਜੋ ਉਸਨੇ ਇਰਾਦਾ ਕਰ ਲਿਆ ਉਸ 'ਤੇ ਡਟਿਆ ਰਹਿੰਦਾ ਸੀ। ਅੱਗੇ ਹੈ ਵੱਟ। ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਵੱਟ ਹੋਰ ਜ਼ਿਆਦਾ ਹੋ ਗਿਆ ਹੈ, ਭਾਵ ਹੁਮਸ ਹੋਰ ਜ਼ਿਆਦਾ ਹੋ ਗਈ ਹੈ। ਕਿਸਾਨ ਖੇਤ ਦੀ ਵੱਟ ਠੀਕ ਕਰ ਰਿਹਾ ਹੈ। ਬੰਨਾ ਜਾਂ ਡੌਲ ਅਸੀਂ ਉਸ ਨੂੰ ਆਖ ਦਿੰਦੇ ਹਾਂ, ਉਸ ਦੀ ਗੱਲ ਹੋ ਰਹੀ ਹੈ। ਤੁਹਾਡੀ ਕਮੀਜ਼ ਵਿੱਚ ਬਹੁਤ ਵੱਟ ਪੈ ਗਏ ਹਨ, ਪ੍ਰੈਸ ਕਰ ਲਓ। ਵਲ ਜਾਂ ਭਾਨ ਦੀ ਇੱਥੇ ਗੱਲ ਹੋ ਰਹੀ ਹੈ। ਥਾਣੇਦਾਰ ਨੇ ਚੋਰ ਦੇ ਵੱਟ ਕੇ ਚਪੇੜ ਮਾਰੀ। ਸੋ ਇੱਥੇ ਵੱਟ ਜੋ ਸ਼ਬਦ ਹੈ ਉਸ ਦੇ ਚਾਰ ਸਥਿਤੀਆਂ ਜੋ ਹਨ ਉਹ ਅਲੱਗ-ਅਲੱਗ ਹਨ। ਵੱਟ ਦਾ ਸਰੂਪ ਇਹੀ ਰਹਿ ਰਿਹਾ ਹੈ, ਪਰ ਅਲੱਗ-ਅਲੱਗ ਸਥਿਤੀਆਂ ਦੇ ਵਿੱਚ ਇਸ ਦੇ ਜੋ ਅਰਥ ਹਨ ਉਹ ਅਲੱਗ-ਅਲੱਗ ਹਨ। ਸੋ ਜਿਸ ਪ੍ਰਸੰਗ ਵਿੱਚ ਅਸੀਂ ਸ਼ਬਦ ਨੂੰ ਵਰਤ ਰਹੇ ਹਾਂ ਜਾਂ ਵਾਕ 'ਚ ਵਰਤ ਰਹੇ ਹਾਂ ਤਾਂ ਉੱਥੇ ਸਥਿਤੀ ਅਨੁਸਾਰ ਇਸ ਦੇ ਅਰਥ ਅਲੱਗ-ਅਲੱਗ ਆ ਰਹੇ ਹਨ। ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜੋ ਬਹੁ-ਅਰਥਕ ਸ਼ਬਦ ਹਨ ਵੱਖ-ਵੱਖ ਪ੍ਰੀਖਿਆਵਾਂ ਦੇ ਵਿੱਚ ਕਿਸ ਤਰ੍ਹਾਂ ਪੁੱਛੇ ਜਾ ਸਕਦੇ ਹਨ। ਪਹਿਲਾਂ ਤਾਂ ਇਸੇ ਸਰੂਪ ਦੇ ਵਿੱਚ ਜਿਸ ਦੇ ਵਿੱਚ ਅਸੀਂ ਉੱਪਰ ਅਭਿਆਸ ਕਰਕੇ ਆਏ ਹਾਂ ਕਿ ਇੱਕ ਸ਼ਬਦ ਆਖ ਕੇ ਪੁੱਛਿਆ ਜਾ ਸਕਦਾ ਹੈ ਕਿ ਇੱਕ ਸ਼ਬਦ ਤੁਹਾਨੂੰ ਦਿੱਤਾ ਹੋਇਆ ਹੈ, ਉਸ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਇਸ ਦੇ ਵੱਖ-ਵੱਖ ਅਰਥ ਜੋ ਹਨ ਉਹ ਸਪਸ਼ਟ ਕਰੋ, ਜਾਂ ਇਸ ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤੋ ਕਿ ਇਸ ਦੇ ਭਿੰਨ-ਭਿੰਨ ਅਰਥ ਸਪਸ਼ਟ ਹੋ ਜਾਣ। ਸੋ ਇੱਥੇ ਤੁਹਾਡੇ ਅਭਿਆਸ ਲਈ ਕੁਝ ਸ਼ਬਦ ਦਿੱਤੇ ਜਾ ਰਹੇ ਹਨ। ਤੁਸੀਂ
ਵੱਖ-ਵੱਖ ਵਾਕਾਂ ਦੇ ਵਿੱਚ ਵਰਤ ਕੇ ਇਹਨਾਂ ਦੇ ਭਿੰਨ-ਭਿੰਨ ਅਰਥ ਸਪਸ਼ਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿੱਥੇ ਤੁਹਾਨੂੰ ਦਿੱਕਤ ਲੱਗਦੀ ਹੈ, ਮੁਸ਼ਕਿਲ ਆ ਰਹੀ ਹੈ, ਉਹ ਤੁਸੀਂ ਕਮੈਂਟਸ ਸੈਕਸ਼ਨ ਦੇ ਵਿੱਚ ਜਾ ਕੇ ਲਿਖ ਦੇਣਾ ਹੈ, ਤੁਹਾਨੂੰ ਤੁਹਾਡਾ ਉੱਤਰ ਮਿਲ ਜਾਏਗਾ। ਸੋ ਸ਼ਬਦ ਕਿਹੜੇ-ਕਿਹੜੇ ਹਨ ਜਿਨ੍ਹਾਂ ਨੂੰ ਵਾਕਾਂ ਵਿੱਚ ਵਰਤ ਕੇ ਤੁਸੀਂ ਉਹਨਾਂ ਦੇ ਭਿੰਨ-ਭਿੰਨ ਅਰਥ ਸਪਸ਼ਟ ਕਰਨੇ ਹਨ। ਇਸ ਤੋਂ ਬਾਅਦ ਪ੍ਰਸ਼ਨ ਦਾ ਇੱਕ ਹੋਰ ਸਰੂਪ ਵੀ ਹੈ ਕਿ ਹੋਰ ਕਿਸ ਤਰ੍ਹਾਂ ਪੁੱਛੇ ਜਾ ਸਕਦੇ ਹਨ, ਉਹ ਇਸ ਤੋਂ ਬਾਅਦ ਆਏਗਾ ਅਗਲੀ ਸਲਾਈਡਸ ਦੇ ਵਿੱਚ, ਉਸ ਬਾਰੇ ਫਿਰ ਅਸੀਂ ਗੱਲ ਕਰਾਂਗੇ। ਉੱਤਰ, ਅੱਗਾ, ਸੂਆ, ਹਾਰ, ਕੱਚਾ, ਖੱਟਾ। ਗੋਲ, ਘਰ, ਚੱਕਰ, ਛਾਪਾ, ਝੁੱਲ, ਟਿੱਕੀ, ਢਾਲ। ਤਰ, ਧਾਰ, ਨੱਥ, ਨਾਲ, ਫੁੱਟ, ਬੋਲੀ, ਭਰ। ਮਾਰ, ਰਾਸ, ਲੜ, ਵਾਰ, ਵੱਟੀ। ਸੋ ਇਹ ਜੋ 25 ਸ਼ਬਦ ਹਨ, ਇਹਨਾਂ ਨੂੰ ਤੁਸੀਂ ਭਿੰਨ-ਭਿੰਨ ਅਰਥਾਂ ਵਿੱਚ ਸਪਸ਼ਟ ਕਰਨਾ ਹੈ। ਇਸ ਦੇ ਲਈ ਤੁਸੀਂ ਇਹਨਾਂ ਨੂੰ ਵਾਕਾਂ ਦੇ ਵਿੱਚ ਵਰਤਣਾ ਹੈ ਤਾਂ ਕਿ ਇਹਨਾਂ ਦੇ ਭਿੰਨ-ਭਿੰਨ ਅਰਥ ਜੋ ਹਨ ਉਹ ਸਪਸ਼ਟ ਹੋ ਜਾਣ। ਇਸ ਤੋਂ ਇਲਾਵਾ ਅਕਸਰ ਕੁਝ ਦੂਜੇ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛ ਲਏ ਜਾਂਦੇ ਹਨ, ਜਿਵੇਂ ਦੱਸੇ ਗਏ ਅਨੁਸਾਰ ਹੱਲ ਕਰਕੇ ਸਹੀ ਉੱਤਰ ਨੂੰ ਉੱਤਰ ਪੁਸਤਿਕਾ ਵਿੱਚ ਲਿਖੋ। ਇਸ ਕਿਸਮ ਦੇ ਪ੍ਰਸ਼ਨ ਬਹੁ ਵਿਕਲਪੀ ਹੁੰਦੇ ਹਨ, ਜਿਹੜੇ ਕਿ ਬੋਰਡ ਪ੍ਰੀਖਿਆਵਾਂ ਦੇ ਵਿੱਚ ਪੁੱਛ ਲਏ ਜਾਂਦੇ ਹਨ। ਜਿਵੇਂ ਪਹਿਲਾ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਵਿੱਚੋਂ ਖੱਟੀ ਸ਼ਬਦ ਲਈ ਸਹੀ ਬਹੁ-ਅਰਥਕ ਵਿਕਲਪ ਚੁਣੋ। ਪਹਿਲਾ ਹੈ ਮਿੱਠੀ, ਕਮਾਈ, ਦੂਜਾ ਹੈ ਕਮਾਈ, ਸਵਾਦ, ਤੀਜਾ ਹੈ ਈਰਖਾ, ਖਾਤਰ, ਚੌਥਾ ਹੈ ਗੁੱਸਾ, ਵੈਰ। ਸੋ ਤੁਸੀਂ ਇਹਨਾਂ ਚਾਰਾਂ ਵਿਕਲਪਾਂ ਵਿੱਚੋਂ ਆਪਣਾ ਉੱਤਰ ਸੋਚੋ ਕਿ ਕੀ ਹੋ ਸਕਦਾ ਹੈ। ਸੋ ਇਸ ਦਾ ਸਹੀ ਉੱਤਰ ਹੈ ਕਮਾਈ, ਸਵਾਦ। ਸੋ ਪਹਿਲੇ ਪ੍ਰਸ਼ਨ ਦਾ ਉੱਤਰ ਮੈਂ ਤੁਹਾਨੂੰ ਦੱਸ ਦਿੱਤਾ ਹੈ। ਅਗਲਿਆਂ ਦੇ ਜੋ ਉੱਤਰ ਹਨ ਉਹ ਤੁਸੀਂ ਆਪ ਲੱਭਣੇ ਹਨ। ਜੇ ਕੋਈ ਦਿੱਕਤ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਲਿਖ ਦੇਣਾ ਹੈ। ਸਿੱਕਾ ਦਾ ਇੱਕ ਅਰਥ ਹੈ ਪੈਸਾ, ਦੂਜਾ ਅਰਥ ਹੈ ਕੀ ਹੈ, ਇਹਨਾਂ ਚੋਂ ਉਹ ਲੱਭਣਾ ਹੈ ਤੁਸੀਂ। ਰੋਬ, ਸ਼ਕਲ, ਛੋਟਾ, ਭਾਂਡਾ। ਤੀਜਾ ਪ੍ਰਸ਼ਨ, ਸਰ ਦਾ ਇੱਕ ਅਰਥ ਹੈ ਫਤਿਹ ਕਰਨਾ, ਦੂਜਾ ਅਰਥ ਹੈ ਕੰਮ ਹੋਣਾ, ਸ਼ਾਬਾਸ਼, ਕੰਮ ਸਰਨਾ। ਇਹਨਾਂ ਵਿੱਚੋਂ ਕੋਈ ਵੀ ਨਹੀਂ। ਚੌਥਾ ਪ੍ਰਸ਼ਨ, ਹੇਠ ਲਿਖੇ ਵਾਕ ਵਿਚਲੀਆਂ ਖਾਲੀ ਥਾਵਾਂ ਭਰਨ ਲਈ ਬਹੁ-ਅਰਥਕ ਸ਼ਬਦ ਵਰਤੋ। ਹੁਣ ਤੁਸੀਂ ਇੱਥੇ ਇੱਕੋ ਹੀ ਸ਼ਬਦ ਵਰਤਣਾ ਹੈ, ਪਰ ਇੱਥੇ ਉਸ ਦੇ ਅਰਥ ਜੋ ਹਨ ਉਹ ਅਲੱਗ-ਅਲੱਗ ਨਿਕਲਣਗੇ। ਇਹਨਾਂ ਦੋਨੋਂ ਖਾਲੀ ਥਾਵਾਂ ਦੇ ਵਿੱਚ ਇੱਕ ਹੀ ਸ਼ਬਦ ਆਏਗਾ। ਬਹੁ-ਅਰਥਕ ਸ਼ਬਦ ਕਿਸ ਨੂੰ ਆਖਦੇ ਹਨ? ਇਸ ਦੀ ਪਰਿਭਾਸ਼ਾ ਹੈ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ, ਸਮਾਨ ਅਰਥ ਰੱਖਣ ਵਾਲੇ ਸ਼ਬਦਾਂ ਨੂੰ, ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ, ਇੱਕ ਤੋਂ ਵੱਧ ਅਰਥ ਰੱਖਣ ਵਾਲੇ ਸ਼ਬਦਾਂ ਨੂੰ। ਪ੍ਰਸ਼ਨ ਨੰਬਰ 6, ਹਾਲ ਸ਼ਬਦ ਦੇ ਬਹੁ-ਅਰਥੀ ਸ਼ਬਦ ਚੁਣੋ। ਕਿਹੜੇ-ਕਿਹੜੇ ਹਨ? ਹਾਲਾਤ, ਵਾਂਗ, ਸੂਤਰ, ਹਾਲਾਤ, ਵੱਡਾ ਕਮਰਾ, ਹਾਲਤ। ਦੁਬਾਰਾ ਵਿਕਲਪ ਸਮਝਦੇ ਹਾਂ। ਹਾਲਾਤ, ਵਾਂਗ, ਸੂਤਰ, ਹਾਲਤ, ਵੱਡਾ ਕਮਰਾ, ਹਾਲਤ, ਇਸ ਵੇਲੇ, ਮਿਠਾਸ। ਪ੍ਰਸ਼ਨ ਨੰਬਰ 7, ਹੇਠਲਿਆਂ ਵਿੱਚੋਂ ਡੰਡੀ ਸ਼ਬਦ ਦੇ, ਪ੍ਰਸ਼ਨ ਨੂੰ ਦੁਬਾਰਾ ਸਮਝਦੇ ਹਾਂ।
ਹੇਠਲਿਆਂ ਵਿੱਚੋਂ ਕਿਹੜਾ ਡੰਡੀ ਸ਼ਬਦ ਦੇ ਬਹੁ ਅਰਥੀ ਨਹੀਂ ਹੈ? ਰਾਹ, ਗਹਿਣਾ, ਤਿਲਕ, ਬੁੱਟਾ, ਵਿਸਰਾਮ ਚਿੰਨ੍ਹ, ਸੋਟੀ, ਰਾਹ। ਤੁਸੀਂ ਇਹਨਾਂ 4 ਵਿਕਲਪਾਂ ਵਿੱਚੋਂ ਦੱਸਣਾ ਹੈ ਕਿ ਕਿਹੜਾ ਵਿਕਲਪ ਡੰਡੀ ਜੋ ਸ਼ਬਦ ਹੈ ਉਸ ਦਾ ਬਹੁ ਅਰਥੀ ਨਹੀਂ ਹੈ। ਹੁਣ ਅਸੀਂ ਅਗਲੀ ਸਲਾਈਡ ਵੱਲ ਵੱਧਦੇ ਹਾਂ, ਆਪਣੇ 8ਵੇਂ ਪ੍ਰਸ਼ਨ ਵੱਲ। ਇਹ ਜੋ ਪ੍ਰਸ਼ਨ ਹੈ ਇਹ 10ਵੀਂ ਦੀ ਬੋਰਡ ਪ੍ਰੀਖਿਆ ਦੇ ਵਿੱਚ 2020 ਦੇ ਵਿੱਚ ਮਾਰਚ 'ਚ ਜੋ ਪ੍ਰੀਖਿਆ ਹੋਈ ਹੈ, ਫਰਵਰੀ ਮਾਰਚ ਦੇ ਵਿੱਚ, ਉਸ ਦੇ ਵਿੱਚ ਪੁੱਛਿਆ ਗਿਆ ਸੀ। ਆਓ ਇਸ ਪ੍ਰਸ਼ਨ ਨੂੰ ਸਮਝਦੇ ਹਾਂ। ਹੱਥਲਾ ਕੰਮ ਛੇਤੀ ਛੇਤੀ ਪੂਰਾ ਕਰ ਲਓ, ਕਿਉਂਕਿ ਕਰਮੇ ਦਾ ਬਾਪੂ ਪੂਰਾ ਹੋ ਗਿਆ ਹੈ। ਉਹਦੇ ਸੰਸਕਾਰ ਤੇ ਜਾਣਾ ਹੈ। ਕਰਮੇ ਦਾ ਬਾਪੂ ਪੂਰਾ ਦੇਸ਼ ਭਗਤ ਸੀ। ਸੋ ਪੂਰਾ ਜੋ ਸ਼ਬਦ ਹੈ ਇੱਥੇ ਵਾਰ-ਵਾਰ ਆ ਰਿਹਾ ਹੈ। ਇਸ ਵਾਕ ਵਿੱਚ ਪੂਰਾ ਸ਼ਬਦ 3 ਵਾਰ ਆਇਆ ਹੈ। ਪਹਿਲੇ ਵਾਕ ਦੇ ਵਿੱਚ, ਫਿਰ ਦੂਜੇ 'ਚ, ਫਿਰ ਤੀਜੇ 'ਚ। ਦੂਜੀ ਵਾਰ ਆਏ ਪੂਰਾ ਸ਼ਬਦ ਤੋਂ ਕੀ ਭਾਵ ਹੈ? ਇੱਥੇ ਪੂਰਾ ਸ਼ਬਦ ਦਾ ਹੋਰ ਅਰਥ ਹੈ, ਇੱਥੇ ਹੋਰ ਹੈ, ਇੱਥੇ ਹੋਰ ਹੈ। ਸੋ ਅਸੀਂ ਦੱਸਣਾ ਹੈ ਕਿ ਦੂਜੀ ਵਾਰ ਜਦੋਂ ਇੱਥੇ ਵਰਤਿਆ ਗਿਆ ਹੈ ਤਾਂ ਇੱਥੇ ਪੂਰਾ ਸ਼ਬਦ ਤੋਂ ਭਾਵ ਕੀ ਹੈ, ਕਿਸ ਸੰਦਰਭ ਦੇ ਵਿੱਚ ਆਇਆ ਹੈ, ਇਸ ਦੇ ਅਰਥ ਕੀ ਹਨ। ਇਹਨਾਂ 4 ਵਿਕਲਪਾਂ ਵਿੱਚੋਂ ਅਸੀਂ ਦੱਸਣਾ ਹੈ, ਜਿਵੇਂ ਖਤਮ ਕਰਨਾ, ਮੁਕੰਮਲ, ਮਰ ਗਿਆ, ਸਾਰਾ। ਸੋ ਇਹ ਬਹੁਤ ਹੀ ਖੂਬਸੂਰਤ ਪ੍ਰਸ਼ਨ ਹੈ। ਇਸ ਦਾ ਤੁਸੀਂ ਅਭਿਆਸ ਕਰਨਾ ਹੈ, ਇਸ ਦਾ ਉੱਤਰ ਲੱਭਣਾ ਹੈ। ਜਿੱਥੇ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪੁੱਛ ਲੈਣਾ ਹੈ, ਤੁਹਾਨੂੰ ਇਸ ਦਾ ਉੱਤਰ ਮਿਲ ਜਾਏਗਾ। ਸੋ ਤੁਸੀਂ ਹੁਣ ਇਹਨਾਂ ਬਹੁ ਅਰਥਕ ਸ਼ਬਦਾਂ ਨੂੰ ਸਮਝੋ, ਇਹਨਾਂ ਦਾ ਵਾਰ-ਵਾਰ ਅਭਿਆਸ ਕਰੋ। ਬਹੁਤ ਬਹੁਤ ਧੰਨਵਾਦ।